ਅੱਜ ਮਿਤੀ 1 ਫਰਵਰੀ 2021 ਨੂੰ ਜਿਸ ਦਿਨ ਯੂਨੀਅਨ ਗਵਰਨਮੈਂਟ ਵੱਲੋਂ ਬਜਟ ਕੱਢਿਆ ਗਿਆ ਹੈ। ਇਹਦੇ ਵਿੱਚ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਨੇ ਵੀ ਆਪਣੇ ਹੋਟਲ ਪਾਰਕ ਪਲਾਜ਼ਾ ਵਿਖੇ ਮੀਟਿੰਗ ਰੱਖੀ ਸੀਗੀ, ਜਿਹਦੇ ਵਿੱਚ ਬਜਟ ਨੂੰ ਵਿਊ ਕੀਤਾ ਗਿਆ, ਰਿਵਿਊ ਕੀਤਾ ਗਿਆ ਤੇ ਇਕਨੋਮਿਸਟ ਮਾਈਂਡ ਦੇ ਨਾਲ ਸਾਰੀ ਚੀਜ਼ ਨੂੰ ਕਵਰ ਕੀਤਾ ਗਿਆ। ਸੋ ਉਹਦੇ ਬਾਰੇ ਗੱਲਬਾਤ ਕਰਦੇ ਹਾਂ CICCU ਦੇ ਪ੍ਰੈਜ਼ੀਡੈਂਟ ਉਪਕਾਰ ਸਿੰਘ ਅਹੂਜਾ ਜੀ ਨਾਲ। ਉਪਕਾਰ ਜੀ, ਬਜਟ ਨੂੰ ਕਿਵੇਂ ਦੇਖਦੇ ਹੋ? ਇਹ ਜਿਹੜਾ ਬਜਟ ਹੈ ਜੋ ਚੈਂਬਰ ਦੀਆਂ ਕੁਝ ਮੰਗਾਂ ਮੰਨੀਆਂ ਗਈਆਂ, ਸੋ ਅਸੀਂ ਇਹਨੂੰ 100 ਚੋਂ 60 ਨੰਬਰ ਦਿੰਦੇ ਹਾਂ। ਇੱਕ ਚੈਂਬਰ ਦੀ ਬੜੀ ਵੱਡੀ ਡਿਮਾਂਡ ਸੀ ਵੀ ਜਿਹੜਾ MSME ਮੰਤਰਾਲੇ ਦਾ ਬਜਟ ਹੈ ਉਹ ਸਿਰਫ 7400 ਕਰੋੜ ਸੀ। ਅਸੀਂ ਇਹ ਬੇਨਤੀ ਕੀਤੀ ਸੀ ਵੀ ਉਹਨੂੰ 3 ਗੁਣਾ ਕੀਤਾ ਜਾਏ। ਉਹ ਸਰਕਾਰ ਨੇ ਵਧਾ ਕੇ ਉਹਨੂੰ 15000 ਕਰੋੜ ਆਲਮੋਸਟ ਡਬਲ ਕਰ ਦਿੱਤਾ। ਇਹਦੇ ਨਾਲ ਜਿਹੜੀ ਇੰਡਸਟਰੀ ਦੀਆਂ ਕਈ ਸਕੀਮਾਂ ਬੰਦ ਪਈਆਂ ਸੀ ਉਹ ਚੱਲ ਸਕਣਗੀਆਂ, ਜਿੱਦਾਂ ਕਿ ਇੰਡਸਟਰੀ ਨੂੰ ਸਸਤੇ ਵਿਆਜ ਦਰ ਤੇ ਮਸ਼ੀਨਾਂ ਮਿਲਣ ਦੀ ਗੱਲ ਹੈ। ਇਸ ਤੋਂ ਇਲਾਵਾ ਜਿਹੜਾ ਹੋਰ ਵੀ ਸਰਕਾਰ ਨੇ ਕਈ ਇਹਦੇ 'ਚ ਰਿਆਇਤਾਂ ਦਿੱਤੀਆਂ। ਇੱਕ ਤਾਂ ਜਿਵੇਂ ਕਈ ਸਟੀਲ ਸਕਰਿਊਜ਼ ਹੈ ਜਾਂ ਇੱਦਾਂ ਦੇ ਕਈ ਪ੍ਰੋਡਕਟ ਹੈ ਉਹਦੇ 'ਤੇ ਇੰਪੋਰਟ ਡਿਊਟੀ ਵਧਾਈ ਹੈ। ਉਹਦੇ ਨਾਲ ਲੋਕਲ ਇੰਡਸਟਰੀ ਨੂੰ ਜਿਹੜੀ ਹੈ ਉਹ ਲੋਕਲ ਇੰਡਸਟਰੀ ਵਧੇਗੀ ਔਰ ਇੰਪੋਰਟ ਘਟੇਗੀ। ਇਸ ਤੋਂ ਇਲਾਵਾ ਲੋ ਕਾਸਟ ਹਾਊਸਿੰਗ ਇੱਕ ਬੜਾ ਵੱਡਾ ਮੁੱਦਾ ਹੈ। ਜਿਹੜਾ ਵਰਕਰ ਹੈ ਸਾਡੇ ਉਹਨਾਂ ਦੇ ਪੈਥਿਕ ਕੰਡੀਸ਼ਨ 'ਚ ਰਹਿੰਦੇ ਆ, ਇਹਦੇ ਲਈ ਸਰਕਾਰ ਨੇ ਜਿਹੜਾ ਰੈਂਟ ਆਏਗਾ ਤੁਹਾਨੂੰ ਲੋ ਕਾਸਟ ਹਾਊਸਿਸ ਤੋਂ, ਉਹਨੂੰ ਐਗਜ਼ੈਂਪਸ਼ਨ ਦਿੱਤੀ ਹੈ। ਬਜਟ ਦੀਆਂ ਡਿਟੇਲਸ ਆਉਣੀਆਂ, ਬਟ ਵਟ ਵੀ ਅਜ਼ਿਊਮ ਕਿ ਇਹਦੇ ਨਾਲ ਜਿਹੜੀ ਲੋ ਕਾਸਟ ਹਾਊਸਿੰਗ ਹੈ ਔਰ ਵਰਕਰਸ ਦਾ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਬੈਟਰ ਹੋਏਗਾ। ਸੋ ਗੱਲਬਾਤ ਕਰਾਂਗੇ CICU ਦੇ ਜਨਰਲ ਸੈਕਟਰੀ ਪੰਕਜ ਸ਼ਰਮਾ ਜੀ ਨਾਲ। ਪੰਕਜ ਜੀ, ਕਿਵੇਂ ਦੇਖਦੇ ਹੋ ਅੱਜ ਦੇ ਬਜਟ ਨੂੰ? ਅੱਜ ਦਾ ਬਜਟ ਪ੍ਰੋ ਇੰਡਸਟਰੀ ਬਜਟ ਹੈ ਔਰ MSME ਦਾ ਔਰ ਇੰਡਸਟਰੀ ਦੇ ਬੈਨੀਫਿਟ 'ਚ ਬਜਟ ਮੰਨਿਆ ਜਾਏਗਾ। ਜਿਹੜੀਆਂ ਵੀ ਸਕੀਮਸ ਗਵਰਨਮੈਂਟ ਨੇ ਅਨਾਉਂਸ ਕੀਤੀਆਂ ਨੇ, ਜੋ ਵੀ ਪਾਲਿਸੀਜ਼ ਅੱਜ ਅਨਾਉਂਸ ਕੀਤੀਆਂ, ਉਹ ਅੱਛੀਆਂ ਮੰਨੀਆਂ ਜਾਣਗੀਆਂ, ਇਸ 'ਚ ਕੋਈ ਸ਼ੱਕ ਨਹੀਂ ਹੈ। ਹਰ ਲਿਹਾਜ਼ ਨਾਲ ਸਟੀਲ ਪ੍ਰਾਈਸਿਸ 'ਤੇ ਫੋਕਸ ਰੱਖਿਆ ਸਰਕਾਰ ਨੇ, ਕਿਉਂਕਿ ਸਟੀਲ ਪ੍ਰਾਈਸਿਸ ਐਬਨੋਰਮਲੀ ਹਾਈ ਜਾ ਰਹੀਆਂ ਸੀ। ਉਹਨਾਂ ਨੇ ਇੰਪੋਰਟ ਡਿਊਟੀ ਲਗਾਈ ਹੈ, ਸਟੀਲ ਪ੍ਰਾਈਸ ਸਕ੍ਰੈਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੇ ਨਾਲ ਸਟੀਲ ਪ੍ਰਾਈਸਿਸ ਕੰਟਰੋਲ 'ਚ ਆਉਣਗੇ, ਇੰਡਸਟਰੀ ਵਿਲ ਫਲਰਿਸ਼ ਆਊਟ ਆਫ ਦਿਸ, ਇਸ 'ਚ ਕੋਈ ਸ਼ੱਕ ਨਹੀਂ ਹੈ। ਔਰ ਐਗਰੀਕਲਚਰ ਸੈਕਟਰ 'ਤੇ ਉਹਨਾਂ ਨੇ ਫੋਕਸ ਰੱਖਿਆ, ਐਗਰੀਕਲਚਰਲ ਇੰਪਲੀਮੈਂਟਸ 'ਤੇ ਰੱਖਿਆ, ਵਿਚ ਇਜ਼ ਅ ਵੈਰੀ ਪੋਜ਼ੀਟਿਵ ਸਾਈਨ। ਔਰ ਲੋ ਹਾਊਸਿੰਗ ਸੁਸਾਇਟੀ ਬਣਾਉਣ ਦੇ ਲਈ ਉਹਨਾਂ ਨੇ ਇਨਕਰੇਜ ਕੀਤਾ। ਇਹਦੇ ਨਾਲ ਲੇਬਰ ਕਲੋਨੀਜ਼, ਅੱਛੀਆਂ ਹਾਈਜੀਨਿਕ ਲੇਬਰ ਕਲੋਨੀਜ਼ ਵਿਲ ਕਮ ਅਪ, ਵਿਚ ਇਜ਼ ਅ ਪੋਜ਼ੀਟਿਵ ਸਾਈਨ। ਇਹਦਾ ਵੀ ਡਾਇਰੈਕਟ ਇੰਪੈਕਟ ਇੰਡਸਟਰੀ ਨੂੰ ਆਏਗਾ। ਲੇਬਰ ਹਾਈਜੀਨਿਕ ਤਰੀਕੇ ਨਾਲ ਰਹੇਗੀ ਔਰ ਇੰਡਸਟਰੀ ਫਲਰਿਸ਼ ਕਰੇਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਰ ਲਿਹਾਜ਼ ਨਾਲ ਬਜਟ ਅੱਛਾ ਹੀ ਹੈ। ਕੁਝ ਸੈਕਸ਼ਨਸ ਹੈ, ਕੁਝ ਸੈਕਟਰਸ ਹੈ ਜਿਹੜੇ ਕਿ ਬੈਨੀਫਿਟ ਜ਼ਿਆਦਾ ਕਰਨਗੇ, ਕੁਝ ਹੈ ਜਿਹੜੇ ਸਲਾਈਟਲੀ ਦੇ ਹੈਵ ਬੀਨ ਇਗਨੋਰਡ, ਕੰਪਲੀਟਲੀ ਇਗਨੋਰਡ ਰਾਦਰ, ਤੇ ਉਹਨਾਂ 'ਤੇ ਅਸੀਂ ਚਾਹਾਂਗੇ ਕਿ ਸਰਕਾਰ ਦਾ ਫੋਕਸ ਆਵੇ। ਇੱਕ ਬੈਂਕਿੰਗ ਦੇ ਵੀ ਵਰ ਰਿਕੁਐਸਟਿੰਗ ਦ ਗਵਰਨਮੈਂਟਸ ਟੂ ਗਿਵ ਗੁੱਡ ਫੋਕਸ ਔਨ ਬੈਂਕਿੰਗ ਐਂਡ ਈਜ਼ੀ ਫਾਈਨੈਂਸਿੰਗ ਟੂ MSMEs, ਉਹਦੇ 'ਤੇ ਗਵਰਨਮੈਂਟ ਦਾ ਫੋਕਸ ਨਹੀਂ ਹਲੇ ਤੱਕ ਆਇਆ। RBI ਬੜੀ ਇਮਾਨਦਾਰੀ ਨਾਲ ਸਕੀਮਸ ਲੈ ਕੇ ਆਉਂਦੇ ਹੈ ਐਂਡ ਡਿਊਰਿੰਗ ਦ ਰੈਪੋ ਰੇਟ ਦੇ ਰਿਡਿਊਸ ਦ ਰੇਟ ਆਫ ਇੰਟਰਸਟ, ਬਟ ਸਮਹਾਓ ਦੈਟ ਰੇਟ ਇਜ਼ ਨਾਟ ਪਾਸਡ ਔਨ ਟੂ ਦ ਇੰਡਸਟਰੀ। ਇਹ ਹਰ ਵਾਰ ਅਸੀਂ ਦੇਖਦੇ ਹਾਂ। ਔਰ ਇਸੇ ਤਰ੍ਹਾਂ ਸਬਸਿਡੀਜ਼ ਵੀ ਜਿਹੜੀਆਂ ਅਨਾਉਂਸ ਹੁੰਦੀਆਂ ਜਾਂ ਜਿਹੜੀਆਂ ਸੈਂਟਰਲ ਗਵਰਨਮੈਂਟ ਤੋਂ ਸਕੀਮਸ ਆਉਂਦੀਆਂ ਉਹ ਅਨਾਉਂਸ ਹੁੰਦੀਆਂ, ਲੇਕਿਨ ਉਹਦਾ ਬੈਨੀਫਿਟ ਇੰਡਸਟਰੀ ਨੂੰ ਨਹੀਂ ਜਾਂਦਾ। ਅਤੇ ਸਾਡੀ ਇਹ ਹਮੇਸ਼ਾ ਹੀ ਰਿਕੁਐਸਟ ਰਹਿੰਦੀ ਹੈ ਕਿ ਰੈਗੂਲੇਟਰੀ ਅਥਾਰਟੀ ਸ਼ੁੱਡ ਬੀ ਦੇਅਰ ਵਿਚ ਸ਼ੁੱਡ ਮੋਨੀਟਰ such the implementation of such schemes, and similarly there should be steel regulatory authority. We were expecting that finance minister will announce one steel regulatory authority and one such committee कि जिस तरह पिछले 6 महीने तो एबनॉर्मली हाई प्राइसेस वध रहे, इन फ्यूचर ये ना बनन। क्योंकि MSME कोल अगर तुसी देखते हो, वी हैव मोर देन 1 लाख MSME यूनिट्स इन पंजाब। ਉਹਨਾਂ ਦੇ ਕੋਲ ਇੰਨਾ ਬੈਕਅਪ ਨਹੀਂ ਹੁੰਦਾ ਕਿ ਉਹ ਇਹ 2 ਮਹੀਨੇ 3 ਮਹੀਨੇ ਵੀ ਇੰਨੇ 25% 40% ਰੇਟ ਜਿਹੜੇ ਰॉ ਮਟੀਰੀਅਲ ਦੇ ਵੱਧਦੇ ਉਹ ਟੋਲਰੇਟ ਕਰ ਸਕਣ। ਇਸੇ ਤਰ੍ਹਾਂ ਡਿਊਰਿੰਗ ਕੋਵਿਡ ਜਿੱਦਾਂ ਉਹਨਾਂ ਨੇ ਫਾਈਨੈਂਸ਼ੀਅਲ ਪੋਜੀਸ਼ਨ ਖਰਾਬ ਹੋਈ ਹੈ, ਵੀ ਵਾਂਟਡ ਫਾਈਨੈਂਸ ਮਿਨਿਸਟਰ ਟੂ ਪ੍ਰੋਵਾਈਡ ਸਮ ਰਿਲੀਫ ਇਨ ਦਾ ਫਾਰਮ ਆਫ ਬੈਂਕ ਇੰਟਰਸਟ ਔਰ ਮੇਬੀ ਵੇਵਿੰਗ ਆਫ ਦਾ ਬੈਂਕ ਇੰਟਰਸਟ, ਉਹ ਵੀ ਉਹਨਾਂ ਨੇ ਨਹੀਂ ਕੀਤਾ ਵੇਵ ਆਫ। ਅਤੇ ਇੱਦਾਂ ਦੀਆਂ ਚੀਜ਼ਾਂ ਕੁਛ ਰਹਿ ਗਈਆਂ ਨੇ ਬਜਟ ਦੀਆਂ। ਅਸੀਂ ਦੁਬਾਰਾ ਉਹਨਾਂ ਨੂੰ ਇੱਕ ਰਿਮਾਈਂਡਰ ਦੇਵਾਂਗੇ, ਦੁਬਾਰਾ ਰਿਕੁਐਸਟ ਭੇਜਾਂਗੇ। ਇਸ ਤਰ੍ਹਾਂ ਦੇ ਕੁਝ 8-10 ਪੁਆਇੰਟ ਹੈ ਜਿਨ੍ਹਾਂ 'ਚੋਂ ਅਸੀਂ ਸਮਝਦੇ ਹਾਂ ਉਹ ਪੂਰੇ ਨਹੀਂ ਹੋਏ। ਅਤੇ ਸਟਾਰਟਅਪਸ ਬਾਰੇ ਵੀ ਉਹਨਾਂ ਨੇ ਇੱਕ ਜਿਹੜੀ ਉਹਦੀ ਮਾਰਜਨ ਮਨੀ ਹੈ ਉਹ ਰਿਡਿਊਸ ਕੀਤੀ ਹੈ 25 ਤੋਂ 10% ਸ਼ਾਇਦ, ਵਿਚ ਇਜ਼ ਅ ਪੋਜ਼ੀਟਿਵ ਸਾਈਨ। ਬਟ ਅਗਰ ਜਿੱਦਾਂ 5 ਟ੍ਰਿਲੀਅਨ ਇਕੋਨੋਮੀ ਦੀ ਆਪਾਂ ਗੱਲ ਕਰਦੇ ਹਾਂ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਬਹੁਤ ਜ਼ਿਆਦਾ ਫਲਰਿਸ਼ ਕਰੇ, ਤਾਂ ਦੇ ਸ਼ੁੱਡ ਗਿਵ ਮੋਰ ਫੋਕਸ ਔਨ ਸਟਾਰਟਅਪਸ। ਔਰ ਸਟਾਰਟਅਪਸ ਦਾ ਜੋ ਪਿਛਲੇ 5 ਸਾਲ 'ਚ ਜੋ ਸਰਕਾਰ ਦੀ ਕੋਸ਼ਿਸ਼ ਸੀ ਔਰ ਜੋ ਐਕਚੁਅਲ ਰਿਜ਼ਲਟ ਹੈ ਉਹਦੇ 'ਚ ਬਹੁਤ ਜ਼ਿਆਦਾ ਡਿਫਰੈਂਸ ਹੈ। ਆਈ ਥਿੰਕ ਗਵਰਨਮੈਂਟ ਦੀ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਨਾਟ ਈਵਨ 10% ਰਿਜ਼ਲਟਸ ਹੈਵ ਬੀਨ ਅਚੀਵਡ। ਸੋ ਗਵਰਨਮੈਂਟ ਨੀਡਸ ਟੂ ਬੀ ਵਾਚਿੰਗ ਥੀਜ਼ with sincere efforts
ਕਿ ਕਿੱਥੇ ਗੈਪ ਕਿੱਥੇ ਰਹਿ ਰਿਹਾ ਕਿ ਉਹ ਸਟਾਰਟਅਪ ਜਦ ਤੱਕ ਨਹੀਂ ਕਰਨਗੇ, ਐਮਐਸਐਮਈ ਫਲਰਿਸ਼ ਨਹੀਂ ਕਰੇਗੀ ਤੇ ਮੈਨੂੰ ਲੱਗਦਾ ਇਕਨੋਮੀ 5 ਟ੍ਰਿਲੀਅਨ ਪਹੁੰਚਣ ਨੂੰ ਹੋਰ 10-15 ਸਾਲ ਆਰਾਮ ਨਾਲ ਨਿਕਲ ਜਾਣਗੇ। So government should seriously look into such issues. Apparel industry has been just ignored. You see, we contribute the maximum towards the kitty of foreign exchange, and most of the hubs of the export industry, that is for the apparel, जो कि यूरोप है, जिसके बीच में जर्मनी, फ्रांस, इंग्लैंड have been hit by the pandemic, वो बंद है, लॉकआउट, उसकी वजह से the Ludhiana's apparel industry has suffered the most. Maximum orders have been put on hold. उसके बारे में कोई इंसेंटिव, कोई सब्सिडी के बारे में नो अनाउंसमेंट, रॉड टैप के बारे में कोई बात नहीं किया उन्होंने। सो आई थिंक इट्स फाइन, ऑल राउंड बजट इज ओके, बट एज फार एज लुधियाना विच इज़ हब ऑफ द हॉजरी इंडस्ट्री, आई थिंक देयर इज नथिंग टू लुक इन। ਕਿਤੇ ਨਾ ਕਿਤੇ 10 ਚੋਂ ਕੋਈ 8 ਰੈਂਕ ਕਰ ਰਿਹਾ, ਕੋਈ 6 ਰੈਂਕ ਕਰ ਰਿਹਾ ਤੇ ਠੀਕ ਹੈ ਜੀ, ਪਰ ਸਰਕਾਰ ਨੂੰ ਹੋਰ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਬਿਜ਼ਨਸਮੈਨ ਨੇ, ਜਿਹੜੀ ਬਿਜ਼ਨਸ ਕਮਿਊਨਿਟੀ ਹੈ, ਲੁਧਿਆਣਾ ਇੱਕ ਹੱਬ ਗਿਣਿਆ ਜਾਂਦਾ ਇੰਡਸਟਰੀ ਦੇ ਵਿੱਚ, ਸੋ ਉਹਨੂੰ ਹੋਰ ਅੱਗੇ ਲੈ ਕੇ ਜਾਣਾ, ਉਹਦੀ ਹੋਰ ਗਰੋਥ ਵਾਸਤੇ ਕਈ ਹਜੇ ਹੋਰ ਪਲੰਘਾਂ ਪੱਟਣ ਦੀ ਵੀ ਲੋੜ ਹੈ। ਮੈਂ ਹਾਂ ਨਵਪ੍ਰੀਤ ਸਿੰਘ ਬੇਦੀ, ਕੈਮਰਾਮੈਨ ਮਨੀ ਤ੍ਰਿਗੋਤਰਾ ਦੇ ਨਾਲ ਫॉर द समर ਨਿਊਜ਼।